ਆ ਤੁਹਾਡਾ ਇੱਕ ਕਮੈਂਟ ਆਇਆ ਸੀਗਾ ਜਿਹਦੇ ਵਿੱਚ ਤੁਸੀਂ ਪੁੱਛਿਆ ਕਿ ਕਿਆ ਮੈਂ ਫਿਕਸੀਅਨ ਬਿਸ਼ਾਈਨਿੰਗ ਦੇ ਉੱਤੇ ਪਾਕਿਸਤਾਨ ਟਰੈਵਲ ਕਰ ਸਕਦਾ ਵਾਂ। ਪਾਕਿਸਤਾਨ, ਇੰਡੀਆ ਜਾਂ ਕੋਈ ਥਰਡ ਕੰਟਰੀ ਤੁਸੀਂ ਸਾਰਿਆਂ ਦੇ ਵਿੱਚ ਟਰੈਵਲ ਕਰ ਸਕਦੇ ਆ ਅਗਰ ਤੁਹਾਡੇ ਫਿਕਸੀਅਨ ਬਿਸ਼ਾਈਨਿੰਗ ਦੇ ਉੱਤੇ ਆ ਚੀਜ਼ ਲਿਖੀ ਹੋਵੇ। ਸੈਕਸ਼ਨ 81 ਅਬਜ਼ਰਟਸਫੀਆ ਯਾਨੀ ਕਿ ਸੈਕਸ਼ਨ 81 ਪੈਰਾਗ੍ਰਾਫ 4 ਔਰ ਸਾਡੇ ਫਿਕਸੀਅਨ ਬਿਸ਼ਾਈਨਿੰਗਾਂ ਦੇ ਉੱਤੇ ਆਹੀ ਚੀਜ਼ ਟਿਕ ਹੋਈ ਹੁੰਦੀ ਜਿਹੜੀ ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ ਵਾਂ। ਆ ਜਿਹੜਾ ਫਿਕਸੀਅਨ ਬਿਸ਼ਾਈਨਿੰਗ ਸਾਨੂੰ ਉਦੋਂ ਲੱਭਦਾ ਵਾ ਜਦੋਂ ਸਾਡਾ ਪਹਿਲਾ ਰੈਜ਼ੀਡੈਂਸ ਪਰਮਿਟ ਹਜੇ ਵੈਲਿਡ ਹੁੰਦਾ ਵਾ ਤੇ ਅਸੀਂ ਨਵਾਂ ਅਪਲਾਈ ਕਰ ਦਈਦਾ। ਅਸੀਂ ਸਾਰੇ ਦੇਸੀ ਇਸੇ ਤਰੀਕੇ ਨਾਲ ਅਪਲਾਈ ਕਰਦੇ ਕਿ ਸਾਡਾ ਪਹਿਲਾ ਹਜੇ ਰੈਜ਼ੀਡੈਂਸ ਪਰਮਿਟ ਵੈਲਿਡ ਹੁੰਦਾ ਵਾ ਤੇ ਅਸੀਂ ਨਵਾਂ ਅਪਲਾਈ ਕਰ ਦਿੰਦੇ ਆ। ਤੇ ਇਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਤੁਹਾਨੂੰ ਨਵਾਂ ਫਿਕਸੀਅਨ ਬਿਸ਼ਾਈਨਿੰਗ ਮਿਲਿਆ ਵਾ ਉਹਦੇ ਉੱਤੇ ਵੀ ਸਾਰੀਆਂ ਉਹੀ ਕੰਡੀਸ਼ਨਾਂ ਅਪਲਾਈ ਹੁੰਦੀਆਂ ਵਾ ਜਿਹੜੀ ਕਿ ਤੁਹਾਡੇ ਰੈਜ਼ੀਡੈਂਸ ਪਰਮਿਟ ਦੇ ਉੱਤੇ ਸੀਗੀਆਂ। ਤੁਸੀਂ ਇਸੇ ਵਜ੍ਹਾ ਤੋਂ ਟਰੈਵਲ ਕਰ ਸਕਦੇ ਆ। ਬਹੁਤ ਖਾਸ ਗੱਲ ਉਹ ਇਹ ਵਾ ਕਿ ਜਦੋਂ ਤੁਸੀਂ ਟਰੈਵਲਿੰਗ ਕਰਨੀ ਆ ਤੁਸੀਂ ਆਪਣਾ ਰੈਜ਼ੀਡੈਂਸ ਪਰਮਿਟ ਨਾਲ ਰੱਖਣਾ। ਔਰ ਨਾਲ ਕਿਉਂ ਰੱਖਣਾ ਮੈਂ ਤੁਹਾਨੂੰ ਉਹਦੀ ਵੀ ਰੀਜ਼ਨ ਦੱਸ ਦਿੰਦਾ। ਰੈਜ਼ੀਡੈਂਸ ਪਰਮਿਟ ਨੂੰ ਫਿਕਸੀਅਨ ਬਿਸ਼ਾਈਨਿੰਗ ਦੇ ਨਾਲ ਰੱਖਣਾ ਕਿਉਂ ਜ਼ਰੂਰੀ ਆ ਜਦੋਂ ਤੁਸੀਂ ਟਰੈਵਲ ਕਰਦੇ ਆ ਆਪਣੇ ਕੰਟਰੀ। ਉਹਦੇ ਪਿੱਛੇ ਰੀਜ਼ਨ ਇਹ ਵਾ ਕਿ ਇਹਦਾ ਤੁਸੀਂ ਨੰਬਰ ਪੜ੍ਹ ਲਓ ਰੈਜ਼ੀਡੈਂਸ ਪਰਮਿਟ ਦਾ। ਆਹ ਨੰਬਰ ਲਿਖਿਆ ਉੱਪਰ ਔਰ ਇੱਥੇ ਲਿਖਿਆ ਵਾ ਜੀ ਗਿਲਟ ਇਨ ਫਰਬਿੰਡਿੰਗ ਮਿਥ। ਅੱਗੇ ਉਹੀ ਨੰਬਰ ਲਿਖਿਆ ਜਿਹੜਾ ਉੱਤੇ ਲਿਖਿਆ ਵਾ ਕਿ ਆਹ ਜਿਹੜਾ ਫਿਕਸੀਅਨ ਬਿਸ਼ਾਈਨਿੰਗ ਇਹ ਵੈਲਿਡ ਵਾ ਇਸ ਰੈਜ਼ੀਡੈਂਸ ਪਰਮਿਟ ਦੇ ਨਾਲ। ਇੱਕ ਤਾਂ ਵਜ੍ਹਾ ਆਹ ਹੋ ਗਈ ਸਾਡੇ ਨਾਲ ਲੈ ਕੇ ਜਾਣ ਦੀ। ਦੂਸਰੀ ਵਜ੍ਹਾ ਇਹ ਹੁੰਦੀ ਵਾ ਕਿ ਜਿਹੜੇ 에ਅਰਪੋਰਟ ਦਾ ਸਟਾਫ ਬੈਠਾ ਹੁੰਦਾ ਉਹਨੇ ਫਿਕਸੀਅਨ ਬਿਸ਼ਾਈਨਿੰਗ ਦੀ ਇਸ਼ੂ ਡੇਟ ਵੇਖਣੀ ਹੁੰਦੀ ਆ ਤੇ ਤੁਹਾਡੇ ਪਿਛਲੇ ਰੈਜ਼ੀਡੈਂਸ ਪਰਮਿਟ ਦੀ ਐਕਸਪਾਇਰੀ ਡੇਟ ਵੇਖਣੀ ਹੁੰਦੀ ਆ। ਆਹ ਵੇਖੋ ਜੀ ਆਹ ਰੈਜ਼ੀਡੈਂਸ ਪਰਮਿਟ 31 ਦਸੰਬਰ 2024 ਨੂੰ ਐਕਸਪਾਇਰ ਹੋ ਰਿਹਾ ਵਾ ਤੇ ਉਸ ਤੋਂ ਪਹਿਲੇ ਹੀ ਜਿਹੜਾ ਨਾ ਫਿਕਸੀਅਨ ਬਿਸ਼ਾਈਨਿੰਗ ਅਸੀਂ ਐਕਸਪਾਇਰ ਹੋਣ ਤੋਂ ਪਹਿਲੇ ਹੀ ਅਪਲਾਈ ਕਰ ਦਿੱਤਾ। ਆਹ ਵੇਖੋ ਜੀ ਇਹਦੀ ਇਸ਼ੂ ਡੇਟ ਕੀ ਹੈ ਜੀ 11 ਦਸੰਬਰ 2024। ਆਹ ਜਿਹੜੀਆਂ ਡੇਟਾਂ ਨਾ ਇਹ 에ਅਰਪੋਰਟ ਦੇ ਸਟਾਫ ਨੇ ਵੇਖਣੀਆਂ ਹੁੰਦੀਆਂ। ਇਸ ਵਜ੍ਹਾ ਤੋਂ ਇਹਨਾਂ ਨਾਲ ਦੋਵਾਂ ਦਾ ਇਕੱਠਾ ਨਾਲ ਲੈ ਕੇ ਜਾਣਾ ਬੜਾ ਜ਼ਰੂਰੀ ਆ। ਇਹ ਤਾਂ ਹੋ ਗਿਆ ਜਨਾਬ ਕਿ ਤੁਸੀਂ ਫਿਕਸੀਅਨ ਬਿਸ਼ਾਈਨਿੰਗ ਦੇ ਉੱਤੇ ਟਰੈਵਲ ਕਰ ਸਕਦੇ ਆ। ਹਾਂ ਤੁਸੀਂ ਕਿਦੋਂ ਨਹੀਂ ਟਰੈਵਲ ਕਰ ਸਕਦੇ ਅਗਰ ਤੁਹਾਡੇ ਫਿਕਸੀਅਨ ਬਿਸ਼ਾਈਨਿੰਗ ਦੇ ਉੱਤੇ ਆਹ ਚੀਜ਼ ਟਿਕ ਹੋਈ ਹੋਵੇ ਸੈਕਸ਼ਨ 81 ਅਬਜ਼ਰਟਸ ਫੁਨਫ। ਇਹ ਫਿਕਸੀਅਨ ਬਿਸ਼ਾਈਨਿੰਗ ਤੁਹਾਨੂੰ ਉਦੋਂ ਮਿਲਦਾ ਵਾ ਜਦੋਂ ਤੁਸੀਂ ਕਿਤੇ ਗਲਤੀ ਦੇ ਨਾਲ ਜਾਂ ਕਿਸੇ ਵਜ੍ਹਾ ਤੋਂ ਜਾਂ ਕਿਸੇ ਮਜਬੂਰੀ ਤੋਂ ਅਪਲਾਈ ਨਹੀਂ ਕਰ ਸਕੇ ਡਿਊ ਟਾਈਮ ਦੇ ਅੰਦਰ ਤੇ ਤੁਹਾਡਾ ਜਿਹੜਾ ਪਿਛਲਾ ਰੈਜ਼ੀਡੈਂਸ ਪਰਮਿਟ ਆ ਉਹ ਇਨਵੈਲਿਡ ਹੋ ਗਿਆ, ਉਹ ਐਕਸਪਾਇਰ ਹੋ ਗਿਆ। ਜਿਹਦੀ ਵਜ੍ਹਾ ਤੋਂ ਜਿਹੜਾ ਤੁਹਾਨੂੰ ਨਵਾਂ ਫਿਕਸੀਅਨ ਬਿਸ਼ਾਈਨਿੰਗ ਮਿਲਿਆ ਉਹ ਸਿਰਫ ਤੁਹਾਨੂੰ ਜਰਮਨੀ ਦੇ ਵਿੱਚ ਰਹਿਣ ਲਈ ਇਜਾਜ਼ਤ ਦਊਗਾ ਲੇਕਿਨ ਜਰਮਨੀ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਊਗਾ ਕਿਉਂਕਿ ਤੁਹਾਡਾ ਜਿਹੜਾ ਆਲਰੇਡੀ ਰੈਜ਼ੀਡੈਂਸ ਪਰਮਿਟ ਸੀਗਾ ਉਹ ਐਕਸਪਾਇਰ ਹੋ ਚੁੱਕਿਆ ਸੀਗਾ। ਤੇ ਲਿਹਾਜ਼ਾ ਤੁਸੀਂ ਆਪਣੀ ਵੀਜ਼ੇ ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦਾ ਵੇਟ ਕਰੋਗੇ। ਜਦੋਂ ਤੁਹਾਨੂੰ ਨਵਾਂ ਰੈਜ਼ੀਡੈਂਸ ਪਰਮਿਟ ਮਿਲੂਗਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਡਿਸੀਜਨ ਹੋਊਗਾ ਤੁਸੀਂ ਜਾ ਸਕਦੇ ਆ ਕਿ ਨਹੀਂ। ਅੱਗੇ ਆ ਗਿਆ ਜੀ ਆਹ ਤੀਸਰੀ ਕੈਟੇਗਰੀ ਜਿਹੜੀ ਇਸ ਟਾਈਮ ਸਕਰੀਨ ਤੇ ਆ ਰਹੀ ਹੈ ਸੈਕਸ਼ਨ 81 ਅਬਜ਼ਰਟਸ ਦਰਾਏ ਜ਼ਟ ਸਵਾਏ। ਇਹ ਜਿਹੜਾ ਵਾ ਨਾ ਫਿਕਸੀਅਨ ਬਿਸ਼ਾਈਨਿੰਗ ਉਦੋਂ ਮਿਲਦਾ ਵਾ ਜਦੋਂ ਤੁਹਾਡੀ ਅਬਸ਼ੀਬਿੰਗ ਹੋਈ ਹੁੰਦੀ ਆ। ਅਬਸ਼ੀਬਿੰਗ ਦਾ ਮਤਲਬ ਇਹ ਹੁੰਦਾ ਵਾ ਕਿ ਜਦੋਂ ਤੁਹਾਡੀ ਡੀਪੋਰਟੇਸ਼ਨ ਨੂੰ ਟੈਂਪਰੇਰੀ ਤੌਰ ਤੇ ਸਸਪੈਂਡ ਕਰ ਦਿੱਤਾ ਜਾਵੇ ਯਾਨੀ ਕਿ ਤੁਹਾਡੀ ਡੀਪੋਰਟੇਸ਼ਨ ਨੂੰ ਟੈਂਪਰੇਰੀਲੀ ਰੋਕਿਆ ਜਾਵੇ। ਉਸ ਦੌਰਾਨੀਏ ਦੇ ਵਿੱਚ ਤੁਹਾਡਾ ਵੀਜ਼ੇ ਦੀ ਪ੍ਰੋਸੈਸਿੰਗ ਚੱਲ ਰਹੀ ਹੁੰਦੀ ਆ ਔਰ ਵੀਜ਼ੇ ਦੀ ਪ੍ਰੋਸੈਸਿੰਗ ਦਾ ਆਊਟਕਮ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕੀ ਹੋਣਾ ਵਾ। ਤੁਸੀਂ ਤਾਂ ਆਲਰੇਡੀ ਡੀਪੋਰਟ ਹੁੰਦੇ ਰੁਕੇ ਜੋ ਤੇ ਇਹਦਾ ਮਤਲਬ ਇਹ ਵਾ ਕਿ ਤੁਸੀਂ ਆਪਣੇ ਕੰਟਰੀ ਜਾਓਗੇ ਤੇ ਵਾਪਸ ਨਹੀਂ ਆ ਸਕਦੇ ਕਦੀ ਕਿਉਂਕਿ ਤੁਹਾਡਾ ਤਾਂ ਅੱਗੇ ਜਿਹੜਾ ਨਾ ਕੰਮ ਬਿਲਕੁਲ ਐਂਡ ਤੇ ਪਹੁੰਚਿਆ ਹੋਇਆ ਵਾ। ਤੇ ਬਿਹਤਰ ਇਹ ਵਾ ਕਿ ਤੁਸੀਂ ਵੀਜ਼ੇ ਦੀ ਆਊਟਕਮ ਦਾ ਇੰਤਜ਼ਾਰ ਕਰੋ। ਜਿਹੜੀ ਵੀਜ਼ੇ ਦੀ ਐਪਲੀਕੇਸ਼ਨ ਤੁਸੀਂ ਜਮ੍ਹਾਂ ਕਰਾਈ ਹੈ ਉਹਦਾ ਇੰਤਜ਼ਾਰ ਕਰੋ। ਉਸ ਤੋਂ ਬਾਅਦ ਜਦੋਂ ਉਹ ਐਪਲੀਕੇਸ਼ਨ ਕਨਫਰਮੇਸ਼ਨ ਹੋ ਜਾਏ ਤੁਹਾਨੂੰ ਨਵਾਂ ਰੈਜ਼ੀਡੈਂਸ ਪਰਮਿਟ ਮਿਲ ਜਾਏ ਫਿਰ ਤੁਸੀਂ ਟਰੈਵਲਿੰਗ ਦਾ ਸੋਚੋ। ਅੱਛਾ ਜੀ ਉਸ ਤੋਂ ਬਾਅਦ ਆ ਗਈ ਜੀ ਜਨਾਬ ਆ ਲਾਸਟ ਕੈਟੇਗਰੀ ਸੈਕਸ਼ਨ 81 ਅਬਜ਼ਰਟਸ ਦਰਾਏ ਜ਼ਟਸ ਆਇਨਸ। ਇਸ ਕੈਟੇਗਰੀ ਦੇ ਨਾਲ ਵੀ ਤੁਸੀਂ ਇਦਾਂ ਹੀ ਟਰੈਵਲ ਕਰ ਸਕਦੇ ਆ ਜਿੱਦਾਂ ਸੈਕਸ਼ਨ 81 ਅਬਜ਼ਰਟਸ ਫੀਆ ਦੇ ਨਾਲ ਟਰੈਵਲ ਕਰ ਸਕਦੇ ਸੀ। ਲਿਹਾਜ਼ਾ ਦੋ ਕੈਟੇਗਰੀਆਂ ਐਸੀਆਂ ਵਾ ਜਿਨ੍ਹਾਂ ਨਾਲ ਤੁਸੀਂ ਆਰਾਮ ਨਾਲ ਟਰੈਵਲ ਕਰ ਸਕਦੇ ਆ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਕਿ ਫਿਕਸੀਅਨ ਬਿਸ਼ਾਈਨਿੰਗ ਦੀ ਫੀਸ 13 ਤੋਂ 20 ਯੂਰੋ ਹੁੰਦੀ ਆ। ਅਗਰ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ 'ਚ ਤੁਸੀਂ ਆਪਣਾ ਨਵਾਂ ਰੈਜ਼ੀਡੈਂਸ ਪਰਮਿਟ ਅਪਲਾਈ ਕੀਤਾ ਤੁਸੀਂ ਟਰੈਵਲ ਨਹੀਂ ਕਰਨਾ ਆਪਣੇ ਕੰਟਰੀ ਦੇ ਵਿੱਚ ਕੋਈ ਐਮਰਜੈਂਸੀ ਤੁਹਾਨੂੰ ਲੱਗਦਾ ਵਾ ਕਿ ਨਹੀਂ ਬਣਨ ਵਾਲੀ ਲੇਕਿਨ ਐਮਰਜੈਂਸੀ ਬਣਨ ਦਾ ਪਤਾ ਲੱਗਦਾ ਵਾ। ਅਗਰ ਤੁਹਾਨੂੰ ਲੱਗਦਾ ਵਾ ਕਿ ਐਮਰਜੈਂਸੀ ਕੋਈ ਨਹੀਂ ਬਣੂਗੀ ਔਰ ਮੇਰਾ ਆਲਰੇਡੀ ਜਿਹੜਾ ਮੇਰੇ ਕੋਲ ਰੈਜ਼ੀਡੈਂਸ ਪਰਮਿਟ ਹੈਗਾ ਉਹ ਕਿ ਮਹੀਨਾ ਡੇਢ ਹਜੇ ਉਹਦੀ ਵੈਲਿਡਿਟੀ ਮੌਜੂਦ ਆ ਫਿਰ ਤੁਸੀਂ ਉਸ ਦੌਰਾਨੀਏ ਦੇ ਵਿੱਚ ਕੀ ਕਰੋ ਕਿ ਤੁਸੀਂ ਆਪਣਾ ਇਹ ਵੀ ਕਹਿ ਸਕਦੇ ਵੀਜ਼ਾ ਅਫੀਸਰ ਨੂੰ ਕਿ ਮੈਨੂੰ ਫਿਕਸੀਅਨ ਬਿਸ਼ਾਈਨਿੰਗ ਦੀ ਬਜਾਏ ਖਾਲੀ ਬਿਸ਼ਾਈਨਿੰਗ ਦੇ ਦਿਓ ਕਿਉਂਕਿ ਜਿਹੜਾ ਖਾਲੀ ਬਿਸ਼ਾਈਨਿੰਗ ਆ ਉਹ ਫ੍ਰੀ ਆਫ ਕਾਸਟ ਇਸ਼ੂ ਹੁੰਦਾ ਵਾ ਲੇਕਿਨ ਉਹਦਾ ਡਿਸਐਡਵਾਂਟੇਜ ਇਹ ਵਾ ਕਿ ਤੁਸੀਂ ਉਹਦੇ ਉੱਤੇ ਟਰੈਵਲ ਨਹੀਂ ਕਰ ਸਕਦੇ। ਆਹ ਵਾ ਜੀ ਫਿਕਸੀਅਨ ਬਿਸ਼ਾਈਨਿੰਗ ਤੇ ਆਹ ਵਾ ਜੀ ਖਾਲੀ ਬਿਸ਼ਾਈਨਿੰਗ ਜਿਹੜਾ ਤੁਹਾਨੂੰ ਮੈਂ ਹਜੇ ਹੁਣੇ ਦੱਸ ਕੇ ਹਟਿਆ ਵਾਂ। ਤੇ ਇਹਦੇ ਉੱਤੇ ਵੀ ਲਿਖਿਆ ਹੁੰਦਾ ਵਾ ਜੀ ਆਪਣਾ ਤੁਹਾਡਾ ਨਾਮ ਉਸ ਤੋਂ ਬਾਅਦ ਤੁਹਾਡਾ ਦੂਸਰਾ ਬਾਇਓਡਾਟਾ ਤੁਹਾਡਾ ਫੋਟੋ ਲੱਗਾ ਹੁੰਦਾ ਵਾ ਤੇ ਇਸ ਤੋਂ ਬਾਅਦ ਲਿਖਿਆ ਹੁੰਦਾ ਕਿ ਤੁਹਾਡਾ ਰੈਜ਼ੀਡੈਂਸ ਪਰਮਿਟ ਅਪਲਾਈ ਹੋਇਆ ਵਾ। ਇਹ ਜਿਹੜਾ ਨਾ ਬਰਲਿਨ ਦੇ ਸਰਕਾਰੀ ਪ੍ਰਿੰਟਿੰਗ ਪ੍ਰੈਸ ਤੇ ਗਿਆ ਵਾ ਕੁਝ ਹਫ਼ਤੇ ਲੱਗ ਜਾਣਗੇ ਬਣ ਕੇ ਆਉਣ 'ਚ ਤੇ ਲਿਹਾਜ਼ਾ ਇਹ ਜਿਹੜਾ ਡਾਕੂਮੈਂਟ ਹੈ 6 ਮਹੀਨੇ ਵਾਸਤੇ ਵੈਲਿਡ ਆ ਤੇ ਇਸ ਡਾਕੂਮੈਂਟ ਦੇ ਉੱਤੇ ਤੁਹਾਨੂੰ ਕੰਮ ਵੀ ਅਲਾਓ ਆ ਔਰ ਇਹਦੀ ਫੀਸ ਕੋਈ ਨਹੀਂ ਹੁੰਦੀ। ਇੱਕ ਗੱਲ ਧਿਆਨ ਨਾਲ ਯਾਦ ਰੱਖਿਓ ਕਿ ਜਦੋਂ ਵੀ ਤੁਹਾਨੂੰ ਫਿਕਸੀਅਨ ਬਿਸ਼ਾਈਨਿੰਗ ਮਿਲੇ ਜਾਂ ਬਿਸ਼ਾਈਨਿੰਗ ਮਿਲੇ ਤੁਸੀਂ ਆਪਣੇ ਅਰਬਾਈਟਗੇਬਰ ਦੇ ਨਾਲ ਲਾਜ਼ਮੀ ਇਹਨੂੰ ਸ਼ੇਅਰ ਕਰਨਾ ਵਾ। ਉਹਦੇ ਨਾਲ ਇਹ ਵਾ ਕਿ ਤੁਹਾਡਾ ਜਿਹੜਾ ਸਿਸਟਮ 'ਚ ਰਿਕਾਰਡ ਆ ਉਹ ਅਪ ਟੂ ਡੇਟ ਰਹਿੰਦਾ ਵਾ।
ਹਾਂਜੀ ਮਿੱਤਰੋ, ਇੱਕ ਚੀਜ਼ ਆਪਣੀ ਹੋਰ ਜ਼ਿਹਨ 'ਚ ਰੱਖੋ, ਉਹ ਇਹ ਵਾ ਕਿ ਜਰਮਨੀ 'ਚ ਰਹਿੰਦਿਆਂ ਹੋਇਆਂ ਜਾਂ ਕਿਸੇ ਵੀ ਫੋਰਨ ਕੰਟਰੀ 'ਚ ਜਾਂ ਕਿਸੇ ਹੋਰ ਕੰਟਰੀ 'ਚ ਰਹਿੰਦਿਆਂ ਹੋਇਆਂ ਆਪਣੀ ਹਰ ਚੀਜ਼ ਨੂੰ ਤੁਸੀਂ ਟਾਈਮ ਨਾਲ ਕਰੋ, ਵਕਤ ਤੋਂ ਪਹਿਲੇ ਕਰੋ। ਇਹਦੇ ਬਹੁਤ ਸਾਰੇ ਫਾਇਦੇ ਆ। ਇੱਕ ਤਾਂ ਫਾਇਦਾ ਇਹ ਵਾ ਕਿ ਤੁਸੀਂ ਸਿਸਟਮ ਦੀ ਨਜ਼ਰ ਦੇ ਵਿੱਚ ਅੱਛੇ ਰਹਿੰਦੇ ਜੋ। ਸਿਸਟਮ ਤੁਹਾਨੂੰ ਸਮਝਦਾ ਵਾ ਕਿ ਬੰਦਾ ਜਿਹੜਾ ਨਾ ਬੜਾ ਵਕਤ ਦਾ ਪਾਬੰਦ ਆ ਔਰ ਪੰਕਚੁਅਲ ਵਾ, ਅਤੇ ਤੁਹਾਨੂੰ ਕੋਈ ਮਸਲਾ ਨਹੀਂ ਆਉਂਦਾ। ਸਿਸਟਮ ਤੁਹਾਨੂੰ ਅੱਛੇ ਤਰੀਕੇ ਨਾਲ ਜਾਣ ਜਾਂਦਾ। ਦੂਸਰੀ ਗੱਲ ਇਹ ਵਾ ਕਿ ਤੁਹਾਡੀਆਂ ਚੀਜ਼ਾਂ ਸਾਰੀਆਂ ਟਾਈਮਲੀ ਲਾਈਨ ਅਪ ਹੋ ਜਾਂਦੀਆਂ। ਅਸੀਂ ਸਾਰੇ ਪ੍ਰਦੇਸੀਆਂ ਨੂੰ ਕਦੇ ਵੀ ਕੋਈ ਮਸਲਾ ਬਣ ਸਕਦਾ ਵਾ ਕਿ ਐਮਰਜੈਂਸੀ ਜਿਹੜੀ ਨਾ ਸਾਨੂੰ ਹੋ ਸਕਦੀ ਹੈ, ਤੇ ਲਿਹਾਜ਼ਾ ਇਹਦਾ ਮਤਲਬ ਇਹ ਵਾ ਕਿ ਤੁਸੀਂ ਆਪਣੀਆਂ ਡਾਕੂਮੈਂਟ ਜਿਹੜੇ ਨਾ ਡਿਊ ਟਾਈਮ ਤੋਂ ਪਹਿਲੇ ਤਿਆਰ ਰੱਖੋ। ਤੁਹਾਡਾ ਹਜੇ ਰੈਜ਼ੀਡੈਂਸ ਪਰਮਿਟ ਪਿਛਲਾ ਐਕਸਪਾਇਰ ਨਾ ਹੋਇਆ ਹੋਵੇ, ਤੁਸੀਂ ਪਹਿਲੇ ਅਪਲਾਈ ਕਰ ਦਿਓ। ਮਿਨੀਮਮ ਤੋਂ ਮਿਨੀਮਮ 3 ਮਹੀਨੇ ਪਹਿਲੇ ਅਸੀਂ ਅਪਲਾਈ ਕਰ ਸਕਦੇ ਹਾਂ, ਤੇ 3 ਮਹੀਨੇ ਟੋਟਲ ਨਹੀਂ ਲੱਗਦੇ। ਨਵਾਂ ਰੈਜ਼ੀਡੈਂਸ ਪਰਮਿਟ ਬਣ ਕੇ ਆਉਣ 'ਚ ਮਹੀਨੇ ਡੇਢ ਦੇ ਵਿੱਚ ਬਣ ਕੇ ਆ ਜਾਂਦਾ ਵਾ। ਇਸ ਤੋਂ ਇਲਾਵਾ ਜਿਹੜੀ ਮੈਂ ਤੁਹਾਨੂੰ ਟਿਪ ਦੇਣ ਲੱਗਾ ਨਾ, ਅਗਰ ਮੇਰਾ ਫਿਕਸਿੰਗ ਸ਼ਾਈਨਿੰਗ ਅਪਲਾਈ ਹੋਇਆ ਹੋਵੇ ਨਾ, ਤੇ ਮੈਂ ਕੀ ਕਰੂੰਗਾ, ਮੈਂ ਉਹਦੇ ਤੇ ਟਰੈਵਲ ਕਰਨ ਦੀ ਕੋਸ਼ਿਸ਼ ਨਹੀਂ ਕਰੂੰਗਾ, ਭਾਵੇਂ ਇਜਾਜ਼ਤ ਵੀ ਦਿੱਤੀ ਹੈ। ਉਹਦੀ ਰੀਜ਼ਨ ਪਿੱਛੇ ਕੀ ਆ, ਅਗਰ ਮੈਂ ਆਪਣੇ ਕੰਟਰੀ ਜਾਵਾਂ ਔਰ ਉੱਥੇ ਜਾ ਕੇ ਕੋਈ ਮਸਲਾ ਬਣ ਜੇ, ਫਿਕਸਿੰਗ ਸ਼ਾਈਨਿੰਗ ਤੇ ਸਾਰਾ 2 ਜਾਂ 3 ਮਹੀਨੇ ਲਈ ਵੈਲਿਡ ਹੁੰਦਾ, ਤੇ ਫਿਰ ਮੈਨੂੰ ਉੱਥੇ ਐਮਬੈਸੀਆਂ 'ਚ ਭੱਜਣਾ ਪਊਗਾ, ਹਾਊਸ ਲੈਂਡਰ ਬੇਹੋਲਡਰ ਨੂੰ ਈਮੇਲ ਲਿਖਣੀ ਪਊਗੀ। ਤੇ ਭਰਾਵੋ ਸਬਰ ਕਰ ਜਾਓ, ਬੰਦਾ 1 ਮਹੀਨਾ ਸਬਰ ਕਰ ਜੇ। ਸਬਰ ਕਰਨ ਤੋਂ ਬਾਅਦ ਜਦੋਂ ਨਵਾਂ ਰੈਜ਼ੀਡੈਂਸ ਪਰਮਿਟ ਬਣ ਕੇ ਆਊਗਾ, ਤੁਸੀਂ ਉੱਥੇ ਟਰੈਵਲ ਕਰ ਦਿਓ। ਤੇ ਸਾਰੀਆਂ ਗੱਲਾਂ ਦੇ ਬਾਵਜੂਦ ਫਿਰ ਵੀ ਜਦੋਂ ਤੁਸੀਂ ਟਰੈਵਲ ਕਰਨਾ ਵਾ ਐਮਰਜੈਂਸੀ ਦੇ ਵਿੱਚ, ਖੁਦਾ ਨਾ ਖਾਸਤਾ ਅਗਰ ਕੋਈ ਫੌਤਗੀ ਹੋ ਗਈ, ਅਗਰ ਕੋਈ ਬੰਦਾ ਪੂਰਾ ਹੋ ਗਿਆ, ਤੇ ਤੁਸੀਂ ਹਾਊਸ ਲੈਂਡਰ ਬੇਹੋਲਡਰ ਕੋਲੋਂ ਪੁੱਛ ਕੇ ਜਾਓ, ਇੱਕ ਵਾਰੀ ਤਸੱਲੀ ਕਰਕੇ ਜਾਓ ਇਹਨਾਂ ਗੱਲਾਂ ਦੇ ਬਾਵਜੂਦ ਫਿਰ ਵੀ, ਕਿਉਂਕਿ ਹਾਊਸ ਲੈਂਡਰ ਬੇਹੋਲਡਰ ਹੀ ਫਾਈਨਲ ਅਥਾਰਟੀ ਆ ਜਿਹਨੇ ਤੁਹਾਨੂੰ ਪਰਮਿਸ਼ਨ ਦੇਣੀ ਹੁੰਦੀ ਹੈ। ਮੇਰਾ ਖਿਆਲ ਆ ਤੁਹਾਨੂੰ ਫਿਕਸਿੰਗ ਸ਼ਾਈਨਿੰਗ ਦੇ ਬਾਰੇ 'ਚ ਕਾਫੀ ਸਮਝ ਆ ਗਈ ਹੋਣੀ ਆ। ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ।